ਰਹੇ। ਗਰੀਬ ਨਵਾਜ ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਵਿੱਤਰ ਗੋਦ ਅੰਦਰ ਆਪ ਸਰਬੱਤ ਸੰਗਤਾਂ ਬੜੇ ਪਿਆਰ ਨਾਲ ਹਰੀ ਜਸ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਜੀ ਦੀ ਹਜ਼ੂਰੀ ਦੇ ਅੰਦਰ ਜਿੱਥੇ ਤਖਤ ਸਾਹਿਬ ਜੀ ਦੇ ਜਥੇਦਾਰ, ਪੰਜ ਪਿਆਰੇ ਸਾਹਿਬਾਨ, ਪੰਥ ਦੀਆਂ ਮਾਇਆਨਾਜ ਹਸਤੀਆਂ ਸਟੇਜ ਦੇ ਉੱਤੇ ਸੁਭਾਇਮਾਨ ਹਨ। ਪੰਥ ਵਾਲੀ, ਸਰਬੰਸਦਾਨੀ, ਨੀਲੇ ਦੇ ਸ਼ਾਹ ਸਵਾਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਮਨਾਉਂਦਿਆਂ ਹੋਇਆਂ ਅੱਜ ਦੇ ਦਿਨ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਦਾਸ ਨੂੰ ਹੁਕਮ ਹੋਇਆ ਆਪ ਜੀ ਦੇ ਦਰਸ਼ਨ ਕਰਨ ਵਾਸਤੇ। ਗਰੀਬ ਨਵਾਜ ਸਤਿਗੁਰੂ ਜੀ ਦੇ ਪਰਥਾਏ ਜਿਨ੍ਹਾਂ ਵਿਦਵਾਨਾਂ ਦਾ ਹੋਰ ਧਰਮਾਂ ਵਿੱਚ ਜਨਮ ਹੋਇਆ ਹੈ, ਤੇ ਜੇ ਉਹਨਾਂ ਸਤਿਗੁਰਾਂ ਜੀ ਦੇ ਜੀਵਨ ਤੇ ਝਾਤ ਮਾਰੀ ਹੈ, ਸ਼ਾਇਦ ਇੰਨੇ ਸ਼ਰਧਾ ਵਾਲੇ ਅਲਫਾਜ਼ ਉਹ ਆਪਣੇ ਇਸ਼ਟ ਦੇਵ ਵਾਸਤੇ ਨਹੀਂ ਵਰਤ ਸਕੇ ਜਿੰਨੇ ਸ਼ਰਧਾ ਵਾਲੇ ਅਲਫਾਜ਼ ਸਤਿਗੁਰਾਂ ਜੀ ਦੇ ਪਰਥਾਏ ਵਿਦਵਾਨਾਂ ਨੇ ਵਰਤੇ ਹੈ। ਇੱਕ ਆਰੀਆ ਸਮਾਜੀ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਨੂੰ ਚਿਤਵਦਾ ਹੋਇਆ ਕਿ ਧन्य वो धरती और धन्य वो आकाश, धन्य है वो आँखें, ऐ गुरु गोबिंद सिंह साहेब जिन्होंने आपके सरगुण स्वरूप का दर्शन किया है। महाबली सतगुरु जी ਨੂੰ ਇਸ ਧਰਤੀ ਦੀ ਗੋਡ ਨੇ ਖੜਾਇਆ, ਜਿਨ੍ਹਾਂ ਨੂੰ ਕੇਵਲ ਮਨੁੱਖਤਾ ਨੇ ਨਹੀਂ ਪ੍ਰਕਿਰਤੀ ਨੇ ਵੀ ਸਜਦੇ ਕੀਤੇ ਐ, ਨਮਸਕਾਰਾਂ ਕੀਤੀਆਂ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਹੈ ਉਹ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਸ਼ਾਕਾਸ਼ ਤੋਂ ਆਪ ਜੀ ਨੇ ਅਵਤਾਰ ਧਾਰਿਆ। ਸਤਿਗੁਰੂ ਜੀ ਦਾ ਅੱਜ ਜੋਤੀ ਜੋਤ ਗੁਰਪੁਰਬ ਹੈ। ਤਖਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵਕਤ ਸਿਰ ਤੋਂ ਜਿਵੇਂ ਪੁਰਾਤਨ ਮਰਿਆਦਾ ਚਲੀ ਆਉਂਦੀ ਹੈ, ਤਿਵੇਂ ਅੱਜ ਸਾਖੀ ਵੀ ਸੁਣਾਈ ਗਈ ਸਤਿਗੁਰਾਂ ਜੀ ਦੇ ਸੱਚਖੰਡ ਜਾਣ ਦੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਜਦੋਂ ਕੋਈ ਸੰਸਾਰ ਦੇ ਪੱਧਰ ਤੇ ਜਿਉਂਦਾ ਮਨੁੱਖ, ਉਹ ਇਹੀ ਸੋਚਦਾ ਹੈ ਕਿ ਸਰੀਰ ਜਨਮਦਾ ਹੈ ਤੇ ਸਰੀਰ ਮਰ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ, ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਵੀ ਆਪਣਾ ਸਰੀਰ ਅਲੋਪ ਕੀਤਾ ਤੇ ਫਿਰ ਜਿਹਨੂੰ ਸ਼ਰਧਾ ਨਾ ਹੋਵੇ, ਸ਼ਬਦ ਦੀ ਕਮਾਈ ਨਾ ਹੋਵੇ, ਉਹਨੂੰ ਇਹੀ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਵੀ ਜਨਮੇ ਸੀ ਤੇ ਗੁਰੂ ਸਾਹਿਬ ਵੀ ਮਰ ਗਏ ਆ। ਇਸ ਦਾ ਬਾਣੀ ਦੇ ਵਿੱਚ ਹੀ ਉੱਤਰ ਦਿੱਤਾ ਹੋਇਆ। ਜਿਸ ਵਕਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਏ ਹੈ, ਤੋ ਸਤਿਗੁਰਾਂ ਦੀ ਦੇ ਜੋਤੀ ਜੋਤ ਸਮਾਉਣ ਦਾ ਜ਼ਿਕਰ ਭੱਟਾਂ ਨੇ ਬਾਣੀ ਵਿੱਚ ਕੀਤਾ ਹੈ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਇਹ ਪ੍ਰਸ਼ਨ ਮੈਂ ਪਹਿਲਾ ਤਾਂ ਉੱਤਰ ਇਹ ਹੈ ਕਿ ਜਿਨ੍ਹਾਂ ਦਾ ਜਸ ਜਗਤ ਦੇ ਅੰਦਰ ਸਦਾ ਲਈ ਅਟਲ ਹੋ ਜਾਂਦਾ ਹੈ, ਜਿਨ੍ਹਾਂ ਦੀਆਂ ਗਾਥਾਵਾਂ ਸਦਾ ਗਾਈਆਂ ਜਾਂਦੀਆਂ,
ਆਪਾਂ ਹਰੇਕ ਸਾਲ ਤੇ ਸਾਡੇ ਜਨਮ ਤੋਂ ਪਹਿਲਾਂ ਵੀ ਹਰੇਕ ਸਾਲ ਇਹ ਪੁਰਬ ਇਵੇਂ ਹੀ ਮਨਾਏ ਜਾਂਦੇ ਰਹੇ ਆ। ਜਦੋਂ ਸਾਡੇ ਸਰੀਰ ਨਹੀਂ ਹੋਣਗੇ, ਸਤਿਗੁਰੂ ਜੀ ਅਮਰ ਤੇ ਅਟਲ ਨੇ। ਇਹ ਸਤਿਗੁਰਾਂ ਜੀ ਦੇ ਪੁਰਬ ਮਹਾਰਾਜ ਜੀ ਦਾ ਅਮਰ ਤੇ ਅਟਲ ਪੰਥ ਮਨਾਉਂਦਾ ਰਹੇ। ਸਰੀਰਾਂ ਦੀ ਹਾਲਤ ਨਦੀ ਦੀ ਤਰ੍ਹਾਂ ਸੰਸਾਰ ਦੇ ਅੰਦਰ ਜੀ ਆ ਰਹੇ ਹੈ ਅਤੇ ਜਿਉ ਜਾ ਵੀ ਰਹੇ ਹੈ, ਪਰ ਸਤਿਗੁਰੂ ਜੀ ਦਾ ਆਉਣਾ ਤੇ ਸਤਿਗੁਰੂ ਜੀ ਦਾ ਜਾਣਾ, ਉਹਨਾਂ ਨੂੰ ਆਪਣੇ ਸਰੀਰਾਂ ਦੀ ਤਰ੍ਹਾਂ ਆਪਾਂ ਨਹੀਂ ਵੇਖ ਸਕਦੇ। ਫਿਰ ਸਤਿਗੁਰੂ ਜੀ ਗਏ ਕਿੱਥੇ ਹੈ? ਗੁਰੂ ਰਾਮਦਾਸ ਸਾਹਿਬ ਜੀ ਦੀ ਬਾਬਤ ਭੱਟਾਂ ਨੇ ਕਿਹਾ, ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਭਾਇਓ। ਆਪ ਵਾਹਿਗੁਰੂ ਨੂੰ ਇਹ ਭਾਇਆ, ਕਿਉਂਕਿ ਵਾਹਿਗੁਰੂ ਜੀ ਨੇ ਆਪਣਾ ਸਰਗੁਣ ਸਰੂਪ ਜਿਹੜਾ ਉਹ ਧਾਰਨ ਕੀਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਦੀ ਬਾਬਤ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਜਿਸ ਨੇ ਸੰਗਤ ਨਾ ਕੀਤੀ ਹੋਵੇ ਉਹ ਕਈ ਵਾਰੀ ਇਉਂ ਮਹਿਸੂਸ ਕਰਦੇ ਆ ਜੀ ਬਾਣੀ ਪੜ੍ਹਨ ਵਾਲੇ ਸ਼ਾਇਦ ਉਦਾਸ ਹੀ ਰਹਿੰਦੇ ਆ, ਇਹ ਸ਼ਾਇਦ ਗਮਗੀਨ ਹੀ ਰਹਿੰਦੇ ਆ। ਸਾਧ ਸੰਗਤ ਜੀ, ਸੰਸਾਰ ਦੇ ਲੋਕ ਇਹ ਨਾਸ਼ਵੰਤ ਖੁਸ਼ੀਆਂ ਦੇ ਅੰਦਰ ਆਪਣੇ ਚਿੱਤ ਨੂੰ ਪ੍ਰਸੰਨ ਕਰਨਾ ਚਾਹੁੰਦੇ ਆ, ਪਰ ਫਿਰ ਵੀ ਚਿੱਤ ਪ੍ਰਸੰਨ ਨਹੀਂ ਹੁੰਦਾ। ਸਤਿਗੁਰਾਂ ਜੀ ਨੇ ਆਪਣੇ ਸਿੱਖ ਨੂੰ ਵੀ ਐਸੀ ਖੁਸ਼ੀ ਬਖਸ਼ਿਸ਼ ਕੀਤੀ ਹੈ ਕਿ ਜਿਹੜੀ ਪਦਾਰਥ ਦੇ ਆਉਣ ਨਾਲ ਜਿਹੜੀ ਹੈ ਉਹ ਸਾਧ ਸੰਗਤ ਜੀ ਵੱਧਦੀ ਨਹੀਂ ਤੇ ਪਦਾਰਥ ਦੇ ਜਾਣ ਨਾਲ ਨਾਸ਼ ਨਹੀਂ ਹੁੰਦੀ। ਇੱਕ ਰਸ ਉਹ ਖੁਸ਼ੀ ਆਨੰਦ ਬਣਿਆ ਰਵੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਇਤਿਹਾਸ ਦੱਸਦਾ ਹੈ, ਕਿਉਂਕਿ ਕਈ ਵਾਰੀ ਆਪਾਂ ਮਨ ਵਿੱਚ ਸੋਚ ਲੈਂਦੇ ਆ ਕਿ ਸਾਧੂ ਸ਼ਾਇਦ ਉਦਾਸ ਹੀ ਰਹਿੰਦੇ ਆ, ਉਹ ਉਪਰਾਮ ਸੰਸਾਰ ਤੋਂ ਹੁੰਦੇ ਆ ਪਰ ਸਦਾ ਹੀ ਖਿੜੇ ਚਿੱਤ ਰਹਿੰਦੇ ਆ। ਇਸੇ ਤਰ੍ਹਾਂ ਸਤਿਗੁਰੂ ਜੀ ਵੀ ਦਰਬਾਰ ਦੇ ਅੰਦਰ ਅੱਜ ਮਹਾਰਾਜ ਦਾ ਜੋਤੀ ਜੋਤ ਪੁਰਬ ਹੋਣ ਕਰਕੇ ਭਾਵੇਂ ਕਿ ਮੈਂ ਹੋਰ ਪ੍ਰਕਰਣ ਵੀ ਲੈ ਲੈਂਦਾ, ਪਰ ਮਹਾਰਾਜ ਦਾ ਅੱਜ ਪੁਰਬ ਹੋਣ ਕਰਕੇ, ਕਿਉਂਕਿ ਜਿਸ ਦਿਨ ਵਿਸ਼ੇਸ਼ ਦਿਹਾੜੇ ਹੋਣ ਸਤਿਗੁਰਾਂ ਨੂੰ ਯਾਦ ਕਰੀਏ ਤੇ ਸਾਨੂੰ ਸਿੱਖੀ ਦਾ ਕਿਣਕਾ ਮਾਤਰ ਜ਼ਰੂਰ ਪ੍ਰਾਪਤ ਹੁੰਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਤਾਂ ਜੀਵਨ ਇਹੋ ਜਿਹਾ ਹੈ ਜਿਵੇਂ ਸਾਧ ਸੰਗਤ ਜੀ ਕੋਈ ਮੁਰਦਾ ਹੋਵੇ ਤੇ ਉਹਨੂੰ ਵੀ ਜ਼ਿੰਦਗੀ ਪ੍ਰਦਾਨ ਕਰਨ ਵਾਲਾ। ਸਤਿਗੁਰੂ ਜੀ ਦੇ ਪਵਿੱਤਰ ਜੀਵਨ ਦੇ ਅੰਦਰੋਂ ਸੁੱਕੀਆਂ ਸੜੀਆਂ ਰੂਹਾਂ ਨੂੰ ਤਰੋ-ਤਾਜ਼ਗੀ ਪ੍ਰਾਪਤ ਹੁੰਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਤਖਤ ਤੇ ਬੈਠਿਆ ਕਰਦੇ ਤੇ ਹਜੂਰ ਆਪਣੇ ਹਜੂਰੀ ਸਿੰਘਾਂ ਨਾਲ ਹਾਸ ਰਸ ਦੇ ਬਚਨ ਵੀ ਕਰਿਆ ਕਰਦੇ। ਜਿਨ੍ਹਾਂ ਨੇ ਸਤਿਗੁਰਾਂ ਜੀ ਦੀ ਸੰਗਤ ਦਾ ਆਨੰਦ ਮਾਣਿਆ ਉਹ ਸੱਚੇ ਪਾਤਸ਼ਾਹ ਜੀ ਤੋਂ ਕਿਉਂ ਨਹੀਂ ਸੀ ਵਿਛੜਨਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਸਤਿਗੁਰਾਂ ਜੀ ਦੀ ਝਿੜਕ ਵੀ ਬਹੁਤ ਮਿੱਠੀ ਲੱਗਦੀ ਸੀ। ਮਹਾਰਾਜ ਜੀ ਦਾ ਘੂਰਨਾ ਵੀ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ, ਕਿਉਂਕਿ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੋ ਜਿਹਾ ਮਨ ਲੱਗਦਾ ਸੀ ਉਹ ਹੋਰ ਕਿਧਰੇ ਵੀ ਮਨ ਨਹੀਂ ਸੀ ਲੱਗਦਾ। ਸਤਿਗੁਰੂ ਜੀ ਨੇ ਜਿਵੇਂ ਆਪਾਂ ਜੀਵਨ ਜਿਉਂਦੇ ਆ ਨਾ, ਇਹ ਮਨੁੱਖਾ ਜਾਮੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਜੀਵਨ ਜਿਉ ਕੇ ਦੱਸਿਆ। ਭਾਵੇਂ ਕਿ ਪਹਿਲੋਂ ਵੀ ਵੇਖੋ ਭਗਤਾਂ ਦੀ ਰੱਖਿਆ ਵਾਸਤੇ ਅਵਤਾਰ ਪ੍ਰਗਟ ਹੋਏ ਆ। ਪ੍ਰਹਲਾਦ ਜੀ ਦੀ ਰੱਖਿਆ ਵਾਸਤੇ ਨਰਸਿੰਘ ਰੂਪ ਹੋ ਕਰਕੇ ਪ੍ਰਗਟ ਹੋਏ ਸੀ। ਬਾਬਾ ਨਾਮਦੇਵ ਜੀ ਦੀ ਰੱਖਿਆ ਕੀਤੀ ਸੀ, ਪਰ ਉਹਨਾਂ ਅਵਤਾਰਾਂ ਦੇ ਧਾਰਨ ਨਾਲ ਇੱਕੋ ਹੀ ਕਾਰਜ ਸਿੱਧ ਹੋਇਆ, ਸਿਰਫ ਭਗਤ ਦੀ ਰੱਖਿਆ ਹੋਈ। ਸਮੁੱਚੀ ਮਨੁੱਖਤਾ ਨੂੰ ਹੋਰ ਕੋਈ ਵਿਸ਼ੇਸ਼ ਰਹਿਨੁਮਾਈ ਨਹੀਂ ਪ੍ਰਾਪਤ ਹੋਈ। ਸਮੁੱਚੀ ਮਨੁੱਖਤਾ ਦੇ ਭਲੇ ਲਈ ਨਿਰੰਕਾਰ ਨੇ ਵਾਹਿਗੁਰੂ ਨੇ ਆਪ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਅਵਤਾਰ ਧਾਰਨ ਕੀਤਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ 10ਵਾਂ ਸਰੂਪ ਜਦੋਂ ਸਤਿਗੁਰੂ ਜੀ ਨੇ ਸਿੱਖ ਨੂੰ ਸੰਪੂਰਨ ਕੀਤਾ, ਕੀਰਤਨ ਦੀਆਂ ਧੁਨਾਂ ਤੋਂ ਪੈਦਾ ਕੀਤਾ ਹੈ ਪੰਥ,
ਤੇ ਖੰਡੇ ਦੀ ਧਾਰ ਤੇ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ ਇਹ ਪੰਥ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਨਿਕਟ ਵਰਤੀਆਂ ਦੇ ਨਾਲ ਬਚਨ ਬਿਲਾਸ ਕਰਦੇ ਆ ਤੇ ਉਹਨਾਂ ਵਿੱਚੋਂ ਭਾਈ ਆਲਮ ਸਿੰਘ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਕੋਈ ਇਹੋ ਜਿਹਾ ਕਾਰਜ ਹੁੰਦਾ ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕੁਝ ਨਾਰਾਜ਼ਗੀ ਕਰਦੇ ਤੇ ਸਿੰਘ ਫਿਰ ਭਾਈ ਆਲਮ ਸਿੰਘ ਸਾਹਿਬ ਨੂੰ ਕਹਿੰਦੇ ਕਿ ਹੁਣ ਗੁਰੂ ਸਾਹਿਬ ਜੀ ਨੂੰ ਤੁਸੀਂ ਹੀ ਕਿਰਪਾ ਕਰਕੇ ਮਨਾ ਸਕਦੇ ਹੋ। ਤੇ ਹਜੂਰ ਦੀ ਹਜੂਰੀ ਵਿੱਚ ਇਹੋ ਜਿਹਾ ਬਚਨ ਕਰਨਾ ਭਾਈ ਆਲਮ ਸਿੰਘ ਜੀ ਨੇ ਸਤਿਗੁਰੂ ਜੀ ਹੱਸ ਪਿਆ ਕਰਦੇ ਸੀ। ਭਾਈ ਬਚਿੱਤਰ ਸਿੰਘ ਸਾਹਿਬ ਜੀ, ਉਹਨਾਂ ਦਾ ਨਾਮ ਸਤਿਗੁਰਾਂ ਜੀ ਨੇ ਵੇਖੋ ਇਹ ਪਿਆਰ ਦੀ ਬਾਤ ਸੀ, ਮਹਾਰਾਜ ਨੇ ਨਾਮ ਰੱਖਿਆ ਸੀ ਬਹਰੂਪੀਆ। ਬਦਲ ਬਦਲ ਕੇ ਪੁਸ਼ਾਕ ਪਾਇਆ ਕਰਦੇ ਸੀ ਤੇ ਸਤਿਗੁਰੂ ਜੀ ਪਿਆਰ ਨਾਲ ਇਹ ਨਾਮ ਕਹਿ ਕੇ ਬੁਲਾਇਆ ਕਰਦੇ ਸੀ। ਮਹਾਰਾਜ ਉਹ ਜੀਵਨ ਜੀ ਕਰਕੇ ਵਿਖਾਇਆ ਜਿਵੇਂ ਸਾਧ ਸੰਗਤ ਜੀ ਆਮ ਕੋਈ ਸਧਾਰਨ ਜ਼ਿੰਦਗੀ ਜਿਉਂਦਾ ਹੈ, ਪਰ ਉਸ ਸਧਾਰਨ ਜ਼ਿੰਦਗੀ ਦੇ ਵਿੱਚ ਸਤਿਗੁਰਾਂ ਜੀ ਨੇ ਉਹ ਵਿਲੱਖਣ ਕਾਰਜ ਕਰ ਦਿੱਤੇ ਜਿਹੜੇ ਸੰਸਾਰ ਦੇ ਅੰਦਰ ਅਵਤਾਰ ਧਾਰ ਕੇ ਆਏ ਪਹਿਲਾਂ ਤੋਂ ਵੀ ਉਹਨਾਂ ਨੇ ਵੀ ਸਾਧ ਸੰਗਤ ਜੀ ਉਹਨਾਂ ਵਾਸਤੇ भी दुस्तर सन नामुमकिन सन कि इस भारतवर्ष में बहुत धर्म आचार्य हुए हैं तथा आगे भी होंगे, पर ऐसा कोई भी धर्म आचार्य नहीं हुआ जिसने कि अपना सारा ही सर्वंस अपनी कौम के लिए कुर्बान कर दिया। ऐसा कोई भी नहीं हुआ इस भारतवर्ष में। धन गुरु गोबिंद सिंह सच्चे पातशाह जी महाराज के जीवन तो कोई भी साध संगत जी जिहड़ी ये चीज़ लईए, हजूर दियां हरेक चीज़ां ही विलक्षण ने। सतगुरां जी दा अवतार जिहड़ा है वो विशेष है ते हजूर दियां सारियां चीज़ां ही विशेष ने। चाहे सतगुरां जी दा घोड़ा वेखो, महाराज जी दी शमशेर वेखो, सतगुरां जी दी कलम वेखो, सच्चे पातशाह जी महाराज दा सब कुछ ही विलक्षण है। ते गरीब नवाज सच्चे पातशाह जी महाराज ਜਦੋਂ ਹਜੂਰ ਨੇ ਇੱਥੇ ਇਹ ਕੌਤਕ ਵਰਤਾਇਆ ਹੈ, ਕਿਉਂਕਿ ਇਹ ਪੰਜਾਂ ਤੱਤਾਂ ਦਾ ਸਰੀਰ ਹੈ। ਪੰਜ ਤੱਤ ਜਿਹੜੇ ਇਹਨਾਂ ਦਾ ਸੁਮੇਲ ਇਹ ਸਰੀਰ ਹੈ। ਫਿਰ ਕਈ ਵਾਰੀ ਮਨ ਦੇ ਅੰਦਰ ਖਿਆਲ ਕਰਦੇ ਆ ਕਿ ਸਤਿਗੁਰਾਂ ਜੀ ਨੇ ਕਨਾਤ ਹੀ ਕਾਹਨੂੰ ਤਣਵਾਈ ਸੀ। ਸਾਧ ਸੰਗਤ ਜੀ, ਦੋਵੇਂ ਚੀਜ਼ਾਂ ਪਰਦੇ ਦੀਆਂ ਅਧਿਕਾਰੀ ਹੁੰਦੀਆਂ, ਜਨਮ ਤੇ ਮਰਨ। ਫਿਰ ਜਦੋਂ ਖਾਲਸਾ ਪੰਥ ਵੀ ਪ੍ਰਗਟ ਕੀਤਾ ਨਾ, ਭਾਵੇਂ ਕਿ ਵੇਖੋ ਤਖਤ ਸਾਹਿਬ ਜੀ ਤੇ ਵੀ ਅੰਮ੍ਰਿਤ ਸੰਚਾਰ ਹੁੰਦਾ, ਉਸ ਵਕਤ ਵਿੱਚ ਆਮ ਸੰਗਤ ਜਿਹਨੇ ਦਰਸ਼ਨ ਕਰਨੇ ਆ ਉਹਨਾਂ ਨੂੰ ਉਸ ਸਮੇਂ ਉਥੋਂ ਥੋੜਾ ਜਿਹਾ ਵਰਜ ਦਿੱਤਾ ਜਾਂਦਾ ਹੈ ਕਿ ਭਾਈ ਤੁਸੀਂ ਬਾਹਰੋਂ ਨਮਸਕਾਰ ਕਰ ਲਓ। ਉਥੇ ਅੰਦਰ ਅੰਮ੍ਰਿਤ ਛਕਾਉਣ ਵਾਲੇ ਤੇ ਅੰਮ੍ਰਿਤ ਛਕਣ ਵਾਲੇ ਹੁੰਦੇ ਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਪੰਥ ਦਾ ਨੀਂਹ ਪੱਥਰ ਰੱਖਣਾ ਸੀ ਤੇ ਹਜੂਰ ਤੰਬੂ ਦੇ ਅੰਦਰ ਲੈ ਕਰਕੇ ਗਏ ਆ। ਭਾਵੇਂ ਕਿ ਜੋ ਸਾਧ ਸੰਗਤ ਜੀ ਜ਼ਿਕਰ ਤਾਂ ਕਈਆਂ ਥਾਵਾਂ ਤੇ ਇਹੀ ਆਉਂਦਾ ਹੈ ਕਿ ਮਹਾਰਾਜ ਨੇ ਸਟੇਜ ਤੇ ਹੀ ਸੀਸ ਕੱਟ ਦਿੱਤਾ, ਪਰ ਚਲੋ ਜੇ ਜ਼ਿਕਰ ਆਉਂਦਾ ਹੈ ਕਿਉਂਕਿ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅੰਦਰ ਸਥਾਨ ਹੈ ਨਾ, ਉਹਨੂੰ ਤੰਬੂ ਸਾਹਿਬ ਹੀ ਕਹਿੰਦੇ ਆ, ਜਿੱਥੇ ਮਹਾਰਾਜ ਦੇ ਸ਼ਸਤਰ ਸਜੇ ਹੁੰਦੇ ਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਸੀਸ ਲਿਆ ਤੇ ਪਰਦੇ ਵਿੱਚ ਲਿਆ, ਤੇ ਇਸ ਨੂੰ ਵੀ ਭਾਵੇਂ ਕਿ ਪੰਥ ਨੂੰ ਢਾਹ ਲਾਉਣ ਵਾਸਤੇ ਆਖਿਆ ਗਿਆ ਕਿ ਹਜੂਰ ਨੇ ਸ਼ਾਇਦ ਅੰਦਰ ਬੱਕਰਾ ਵੱਢ ਦਿੱਤਾ ਹੈ ਤੇ ਬਾਹਰ ਆ ਕੇ ਕਿਹਾ ਹੈ ਕਿ ਮੈਂ ਸਿੰਘ ਦਾ ਸੀਸ ਲਿਆ। ਇਹ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਵਿੱਚ ਵੇਖੀਏ, 10 ਪਾਤਸ਼ਾਹੀਆਂ ਨੇ ਆਪਣੇ ਮੁਖ ਤੋਂ ਕਦੇ ਅਸਤ ਬਚਨ ਨਹੀਂ ਬੋਲਿਆ। ਸਤਿਗੁਰੂ ਜੀ ਦੇ ਸਾਧੂ ਨਹੀਂ ਬੋਲਦੇ ਤੇ ਮਹਾਰਾਜ ਨੇ ਕੀ ਬੋਲਣਾ। ਤੇ ਜੇ ਇਹ ਸਮਝ ਲਈਏ ਤੇ ਫਿਰ ਮਹਾਰਾਜ ਨੇ ਨੀ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਨਹੀਂ ਰੱਖੀ ਹੋਈ, ਕਿਸੇ ਜਾਨਵਰ ਦਾ ਸਿਰ ਲੈ ਕੇ ਰੱਖੀ ਹੈ। ਤੇ ਜੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਬਤ ਇਹੋ ਜਿਹੀਆਂ ਅਟਕਲਾਂ ਲਾਈਆਂ ਜਾਂਦੀਆਂ, ਸਾਧ ਸੰਗਤ ਜੀ, ਜਿਸ ਗੁਰੂ ਸਾਹਿਬ ਜੀ ਨੇ ਜਿਹੋ ਜਿਹਾ ਬਚਨ ਕਿਹਾ ਹੋਵੇ, ਉਹੋ ਜਿਹਾ ਕਮਾਇਆ ਹੋਵੇ,
ਉਹਦਾ ਹੀ ਪੁੱਤਰ ਸਰਹੰਦ ਦੀਆਂ ਨੀਹਾਂ ਵਿੱਚ ਖਲੋ ਕੇ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਸ ਦਾ ਹੀ ਸਿੱਖ ਸੀਸ ਤਲੀ ਤੇ ਧਰ ਕੇ ਲੜ ਸਕਦਾ ਹੈ। ਤੇ ਜੇ ਕੋਈ ਗੁਰੂ ਹੀ ਝੂਠ ਬੋਲਦਾ ਹੋਵੇ, ਉਹਦੇ ਸਿੱਖ ਕੋਲੋਂ ਸਿਰ ਨਹੀਂ ਤਲੀ ਤੇ ਧਰਿਆ ਜਾਵੇਗਾ, ਉਹਦੇ ਪੁੱਤਰ ਕੋਲੋਂ ਨੀਹਾਂ ਵਿੱਚ ਨਹੀਂ ਖਲੋਤਾ ਜਾਵੇਗਾ। ਸਤਿਗੁਰਾਂ ਜੀ ਨੇ ਜਿਹੋ ਜਿਹਾ ਬਚਨ ਕਿਹਾ, ਉਹੋ ਜਿਹਾ ਮਹਾਰਾਜ ਨੇ ਕਮਾ ਕੇ ਵਿਖਾਇਆ। ਪਰ ਉਸ ਦੇ ਵਾਸਤੇ ਪੜਦਾ ਕਿਉਂ? ਕਿਉਂਕਿ ਪੰਥ ਦੀ ਸਿਰਜਣਾ ਕਰਨੀ ਸੀ। ਕੁਝ ਚੀਜ਼ਾਂ ਪੜਦੇ ਦੀਆਂ ਅਧਿਕਾਰੀ ਹੁੰਦੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਆਗਿਆ ਕਰਨੀ ਕਿ ਭਾਈ ਕਨਾਤ ਦੇ ਅੰਦਰ ਕਿਸੇ ਨੇ ਨਹੀਂ ਆਉਣਾ, ਤੇ ਫਿਰ ਆਪ ਚਿਖਾ ਤੇ ਸਵਾਰ ਹੋ ਕਰਕੇ ਭਾਈ ਹਰ ਸਿੰਘ ਨੂੰ ਆਗਿਆ ਕਰਨੀ ਕਿ ਭਾਈ ਚੰਡਾ ਪ੍ਰਚੰਡ ਕਰ ਦਿਓ। ਸਤਿਗੁਰੂ ਜੀ ਆਪ ਉੱਤੇ ਸਜੇ ਬੈਠੇ ਐ ਤੇ ਹਿਆ ਨਹੀਂ ਸੀ ਪੈਂਦਾ, ਪਰ ਹੁਕਮ ਦੇ ਅੱਗੇ ਵੇਰ ਨਹੀਂ ਸੀ। ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕਰਕੇ ਜਦੋਂ ਚੰਡਾ ਪ੍ਰਚੰਡ ਕੀਤਾ, ਭਾਵੇਂ ਕਿ ਸਾਧ ਸੰਗਤ ਜੀ ਕਈਆਂ ਨੇ ਆਪਣੇ ਤਰੀਕੇ ਨਾਲ ਸਤਿਗੁਰਾਂ ਜੀ ਦਾ ਸੱਚਖੰਡ ਜਾਣਾ ਕਿਹਾ। ਜਦੋਂ ਅੱਗ ਜਿਹੜੀ ਸੀ ਪ੍ਰਜਵਲਿਤ ਹੋਈ ਹੈ, ਕਵੀ ਭਾਈ ਸੰਤੋਖ ਸਿੰਘ ਜੀ ਵੀ ਜ਼ਿਕਰ ਕਰਦੇ ਹੈ, ਤੇ ਸਾਡੇ ਸਾਧ ਸੰਗਤ ਜੀ ਐਸੇ ਜਿਹੜੇ ਹੁਣ ਪੰਥ ਕੋਲ ਨਹੀਂ ਹਨ, ਭਾਵੇਂ ਉਹ ਲਿਖਤਾਂ, ਪਰ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਨਾ ਉਹ ਸਤਿਪੁਰਖਾਂ ਨੇ ਸਾਂਭ ਕਰਕੇ ਰੱਖੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਸੀ ਛੋਹਿਆ, ਕਿਉਂਕਿ ਪੰਜਾਂ ਤੱਤਾਂ ਦੇ ਸਰੀਰ ਨੂੰ ਅੱਗ ਜ਼ਰੂਰ ਛੋਹੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੱਤਾਂ ਦਾ ਸੁਮੇਲ ਕਰਨਾ ਵੀ ਜਾਣਦੇ ਆ ਤੇ ਤੱਤਾਂ ਨੂੰ ਨਿਖੇੜਨਾ ਵੀ ਜਾਣਦੇ ਆ। ਸਤਿਗੁਰੂ ਜੀ ਨੇ ਆਪਣੀ ਜੋਗ ਅਗਨੀ ਨੂੰ ਪ੍ਰਚੰਡ ਕੀਤਾ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਮੇਤ ਸਰੀਰ ਸਮੇਤ ਕਮਰ ਕੱਸੇ, ਭਾਵੇਂ ਕਿ ਨਿਸ਼ਾਨੀ ਵਜੋਂ ਸਤਿਗੁਰਾਂ ਜੀ ਦੀ ਉਹ ਸ੍ਰੀ ਸਾਹਿਬ ਪ੍ਰਾਪਤ ਹੋਈ, ਤੇ ਸਮੇਤ ਘੋੜੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਚਾਲਾ ਮਾਰਿਆ। ਫਿਰ ਮਹਾਰਾਜ ਜੀ ਦਾ ਵਾਸ ਕਿੱਥੇ ਹੁੰਦਾ ਹੈ? ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਰਾਮਕਲੀ ਰਾਗ ਦੇ ਅੰਦਰ, ਨਹਿ ਸਿਵ ਸਕਤੀ ਜਲ ਨਹੀਂ ਪਵਨਾ, ਤਹ ਆਕਾਰ ਨਹੀਂ ਮੇਦਨੀ। ਉਥੇ ਸਾਧ ਸੰਗਤ ਜੀ ਜਿਵੇਂ ਇੱਥੇ ਸੰਸਾਰ ਦੇ ਅੰਦਰ ਪੁਰਖ ਹੈ ਤੇ ਸ਼ਕਤੀ ਹੈ, ਤੇ ਉਹਦੇ ਤੋਂ ਸੰਸਾਰ ਦੀ ਅੱਗੇ ਉਤਪਤੀ ਹੈ। ਭਾਵੇਂ ਕਿ ਜਿਨ੍ਹਾਂ ਦਾ ਭਰਮ ਮਿਟ ਜਾਂਦਾ, ਉਹਨਾਂ ਨੂੰ ਸਾਰਾ ਕੁਝ ਹੀ ਕਲਿਆਣ ਸਰੂਪ ਪਰਮੇਸ਼ਰ ਦਿਖਾਈ ਪੈਂਦਾ ਹੈ, ਪਰ ਮਾਇਆ ਭਰਮ ਦਾ ਹੀ ਨਾਮ ਮਾਇਆ ਹੈ। ਉਸ ਤਰ੍ਹਾਂ ਮਾਇਆ ਵੀ ਵਾਹਿਗੁਰੂ ਦਾ ਹੀ ਸਰੂਪ ਹੈ। ਪਰ ਜਿੱਥੇ ਸਤਿਗੁਰਾਂ ਜੀ ਦਾ ਆਪਣਾ ਵਾਸ ਹੈ, ਜਿੱਥੇ ਸੁੱਧ ਸਰੂਪ ਵਿੱਚ ਮਹਾਰਾਜ ਵਸਦੇ ਹੈ, ਉੱਥੇ ਸਾਧ ਸੰਗਤ ਜੀ ਨਾ ਕੋਈ ਮਾਇਆ ਦਾ ਰੂਪ ਹੈ, ਨਾ ਕਿਸੇ ਪ੍ਰਕਾਰ ਆਪ ਸਥੂਲ ਦੇਹਾਂ ਹੁੰਦੀਆਂ, ਨਾ ਧਰਤੀ ਹੁੰਦੀ ਹੈ, ਨਾ ਅੱਗ ਹੈ, ਨਾ ਪਾਣੀ ਹੈ, ਨਾ ਹਵਾ ਹੈ। ਸਤਿਗੁਰ ਜੋਗ ਕਾ ਤਹਾਂ ਨਿਵਾਸਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਉੱਥੇ ਨਿਵਾਸ ਹੈ ਜਹ ਅਗਬਤ ਨਾਦ ਅਗਮ ਧਨੀ, ਜਿੱਥੇ ਅਬ ਵਿਸ਼ੇਸ਼ ਕਰਕੇ ਸਭ ਦੀ ਗਤ ਕਲਿਆਣ ਕਰਨ ਵਾਲਾ ਵਾਹਿਗੁਰੂ, ਜਿਹਨੂੰ ਮਨ ਦੀ ਗਮਤਾ ਕਰਕੇ ਨਹੀਂ ਪਕੜਿਆ ਜਾ ਸਕਦਾ, ਆਪ ਨਿਵਾਸ ਰੱਖਦਾ ਹੈ। ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਪਣਾ ਵਾਸ ਹੈ, ਜਿਸ ਦੀ ਬਾਬਤ ਭੱਟਾਂ ਨੇ ਬਾਣੀ ਵਿੱਚ ਕਿਹਾ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬੈਠਾਇਓ, ਫਿਰ ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ। ਇਹ ਸਤਿਗੁਰੂ ਜੀ ਦਾ ਜਦੋਂ ਜਾਣਾ ਹੁੰਦਾ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਉਸ ਸੁੱਧ ਸਰੂਪ ਵਿੱਚ ਜਦੋਂ ਲੀਨ ਹੋਣ ਵਾਸਤੇ ਜਾਂਦੇ ਆ, ਉਦੋਂ ਕੀ ਘਟਨਾ ਵਾਪਰਦੀ ਹੈ? ਭਾਵੇਂ ਕਿ ਵੇਖੋ ਸਾਡੇ ਇਤਿਹਾਸ ਨੇ ਵੀ ਜ਼ਿਕਰ ਕੀਤਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਸਾਰੇ ਸਤਿਗੁਰਾਂ ਜੀ ਦਾ ਇਤਿਹਾਸ ਕਹਿੰਦੇ, ਤੇ ਜਦੋਂ ਸਤਿਗੁਰਾਂ ਜੀ ਦਾ ਸੱਚਖੰਡ ਗਮਨ ਲਿਖਦੇ ਆ, ਉਸ ਸਮੇਂ ਸਾਧ ਸੰਗਤ ਜੀ ਦੇਵੀ ਦੇਵਤਿਆਂ ਦਾ ਆਕਾਸ਼ ਵਿੱਚ ਆਉਣਾ ਜ਼ਿਕਰ ਕਰਦੇ ਆ, ਜਿਸ ਦੀ ਬਾਣੀ ਵੀ ਗਵਾਹੀ ਦੇ ਰਹੀ ਹੈ। ਪਰ ਮਨੁੱਖ ਇਹ ਸਰੀਰ ਦੇ ਆਧਾਰ ਤੇ ਜਿਉਂਦਾ ਹੋਇਆ ਕਹਿੰਦਾ ਹੈ, ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੋ ਨਹੀਂ ਸਕਦੀ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਹਜੂਰ ਦੀ ਬਾਣੀ ਕਹਿੰਦੀ ਹੈ, ਰਹਿਸ ਕੀਓ ਸੁਰ ਦੇਵ। ਜਿਹੜੇ ਸੁਰ ਦੇਵਤੇ ਆ ਨਾ ਪੂਜਨੀਕ,
ਪ੍ਰਕਾਸ਼ ਰੂਪ, ਉਹਨਾਂ ਨੇ ਵੀ ਬੜੀ ਖੁਸ਼ੀ ਮਨਾਈ। ਵੇਖੋ, ਸੰਸਾਰ ਦੇ ਪੱਧਰ ਤੇ ਸਰੀਰ ਦਾ ਵਿਯੋਗ ਹੋਣਾ ਸਾਡੇ ਲਈ ਦੁੱਖ ਹੈ, ਪਰ ਜਿੱਥੇ ਸਤਿਗੁਰਾਂ ਜੀ ਨੇ ਜਾਣਾ, ਹਜੂਰ ਨੇ ਆਪਣੇ ਪ੍ਰਕਾਸ਼ ਸਰੂਪ ਵਿੱਚ ਲੀਨ ਹੋਣਾ, ਤੇ ਦੇਵੀ ਦੇਵਤਿਆਂ ਨੂੰ ਇਹ ਚਾਅ ਹੈ ਕਿ ਸਾਨੂੰ ਹੁਣ ਮਹਾਰਾਜ ਜੀ ਦਾ ਦਰਸ਼ਨ ਹੋਊਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ 550ਵਾਂ, ਜਦੋਂ ਸਤਿਗੁਰੂ ਜੀ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਿਆ, ਤੇ ਹਜੂਰ ਦੇ ਅਵਤਾਰ ਧਾਰਦਿਆਂ ਦੇਵਤਿਆਂ ਨੇ ਸਤਿਗੁਰੂ ਜੀ ਦੇ ਗ੍ਰਹਿ ਦੇ ਉੱਤੇ ਚੰਦਨ ਛਿੜਕਿਆ, ਫੁੱਲਾਂ ਦੀ ਵਰਖਾ ਕੀਤੀ, ਤੇ ਮਾਤਾ ਜੀ ਨੂੰ ਇਉਂ ਪ੍ਰਤੀਤ ਹੋਇਆ ਕਿ ਮੇਰਾ ਪੁੱਤਰ ਕੋਈ ਰੱਬੀ ਅਵਤਾਰ ਹੈ, ਇਹਦੇ ਦੁਆਲੇ ਦਿਵ ਰੂਹਾਂ ਕੌਣ ਨੇ। ਜਦੋਂ ਮਾਤਾ ਜੀ ਨੂੰ ਸ਼ਰਧਾ ਹੋਣ ਲੱਗੀ, ਗੁਰੂ ਸਾਹਿਬ ਨੇ ਉਸੇ ਵੇਲੇ ਰੋ ਕਰਕੇ ਦੁੱਧ ਮੰਗਿਆ, ਮੋਹ ਦੀ ਕਨਾਤ ਪਾਤੀ, ਮਾਤਾ ਜੀ ਨੂੰ ਪਤਾ ਨਹੀਂ ਚੱਲਣ ਦਿੱਤਾ ਕਿ ਅਸੀਂ ਕੌਣ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਬਾਕੀ ਅਵਤਾਰਾਂ ਨਾਲੋਂ ਵਿਲੱਖਣ ਨੇ, ਕਿਉਂਕਿ ਸਤਿਗੁਰਾਂ ਜੀ ਨੇ ਸਾਡੇ ਵਰਗਾ ਜੀਵਨ ਜਿਉ ਕਰਕੇ ਇਸ ਸਰੀਰ ਦੇ ਅੰਦਰ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਵੇਂ ਉਪਦੇਸ਼ ਤੋਂ ਜਿਸ ਕਿਸੇ ਨੂੰ ਕਣੀ ਪ੍ਰਾਪਤ ਹੁੰਦੀ ਸੀ, ਉਹਨੂੰ ਪਤਾ ਲੱਗ ਜਾਂਦਾ ਸੀ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਨੁੱਖਾ ਸਰੀਰ ਹੀ ਕੇਵਲ ਧਾਰਿਆ, ਆਪ ਨਿਰੰਕਾਰ ਰੂਪ ਨੇ, ਆਪ ਪਰਮੇਸ਼ਰ ਸਰੂਪ ਨੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਜਿਵੇਂ ਪ੍ਰੇਮੀਆਂ ਦੇ ਹਿਰਦੇ ਉਮਗਦੇ ਆ, ਇਵੇਂ ਜਿਨ੍ਹਾਂ ਦੇਵੀ ਦੇਵਤਿਆਂ ਨੂੰ ਕੋਈ ਸੁੱਧ ਵੈ, ਕੋਈ ਗਿਆਨ ਵੈ, ਉਹਨਾਂ ਨੂੰ ਚਾਹ ਹੁੰਦਾ ਸੱਚੇ ਪਾਤਸ਼ਾਹ ਨੇ ਹੁਣ ਆਪਣੇ ਲੋਕ ਜਾਣਾ, ਤੇ ਮਹਾਰਾਜ ਦੇ ਸੁੱਧ ਸਰੂਪ ਦਾ ਅਸੀਂ ਵੀ ਦਰਸ਼ਨ ਕਰਾਂਗੇ। ਇਸ ਕਰਕੇ ਰਹਿਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ, ਮਹਾਰਾਜ ਦੇ ਨਾਮ ਦੀਆਂ ਜੈ ਜੈਕਾਰਾਂ ਲੱਗਦੀਆਂ। ਸਤਿਗੁਰੂ ਜੀ ਆਪਣੀ ਬਾਣੀ ਦੇ ਅੰਦਰ ਸ਼ੂਰ ਵੀਰਾਂ ਦੇ ਸ਼ਹੀਦ ਹੋਣ ਬਾਬਤ ਵੀ ਕਹਿੰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੰਗੋ ਸ਼ਾਹ ਜੀ ਦੀ ਬਾਬਤ ਕਿਹਾ, ਮਾਰ ਨਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ, ਹੈ ਇਹ ਲੋਕ ਹੈ ਭਇਓ ਸੁਰਗ ਲੋਕ ਜੈਕਾਰ। ਜਦੋਂ ਸੰਗੋ ਸ਼ਾਹ ਜੀ ਸ਼ਹੀਦ ਹੋਏ ਐ, ਸਵਰਗ ਦੇ ਵਿੱਚ ਦੇਵੀ ਦੇਵਤਿਆਂ ਨੇ ਵੀ ਜੈ ਜੈਕਾਰ ਦੀ ਧੁਨ ਲਾ ਦਿੱਤੀ ਹੈ। ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਜਿਹੜਾ ਅਸੀਂ ਲੋਕ ਨਹੀਂ ਵੇਖਿਆ, ਅਸੀਂ ਸ਼ਾਇਦ ਸੋਚਦੇ ਹਾਂ ਨਹੀਂ ਹੋਊਗਾ। ਅਦ੍ਰਿਸ਼ ਸ੍ਰਿਸ਼ਟੀ ਬਹੁਤ ਹੈ, ਜਿਸ ਦੀ ਬਾਬਤ ਸ਼ਬਦ ਅਭਿਆਸ ਤੇ ਕਮਾਈ ਨਾਲ ਪਤਾ ਲੱਗਦਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਹਜੂਰ ਆਪ ਅਮਰ ਤੇ ਅਟਲ ਨੇ, ਇਵੇਂ ਸੱਚੇ ਪਾਤਸ਼ਾਹ ਜੀ ਨੇ ਆਪਣਾ ਖਾਲਸਾ ਅਮਰ ਤੇ ਅਟਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪੈਦਾ ਕੀਤਾ ਹੈ। ਹਜੂਰ ਦੇ ਜੀਵਨ ਵੱਲ ਵੇਖੀਏ, ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਰੂਪ ਹੁੰਦਿਆਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਜ ਸਰੂਪ ਦਾ ਧਿਆਨ ਕਰਨਾ ਕਿਉਂ ਕਰਦੇ ਸੀ? ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਉਮਤ ਨੂੰ, ਆਪਣੇ ਸਿੱਖਾਂ ਨੂੰ ਦੱਸਦੇ ਸਨ ਕਿ ਸਾਡੇ ਕੋਲ ਪਹੁੰਚਣ ਤੱਕ ਦਾ ਇਹੀ ਰਸਤਾ ਹੈ। ਜਿਹੜੇ ਮਰਜੀ ਸਤਿਗੁਰਾਂ ਜੀ ਦੇ ਸਰੂਪ ਦਾ ਜੀਵਨ ਵੇਖੀਏ, ਜੇ ਮੁਗਲਸ ਖਾਨ ਨੇ ਚੜ੍ਹਾਈ ਕੀਤੀ ਸੀ ਅੰਮ੍ਰਿਤਸਰ ਸਾਹਿਬ ਦੇ ਉੱਪਰ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਮੇਂ ਬਰਾਜੇ ਹੋਏ ਸੀ, ਅੱਧੀ ਰਾਤ ਦਾ ਵਕਤ ਸੀ। ਸਤਿਗੁਰਾਂ ਜੀ ਨੂੰ ਖਬਰ ਦਿੱਤੀ ਆ ਕੇ ਕਿ ਮਹਾਰਾਜ ਮੁਗਲਸ ਖਾਨ ਹਮਲਾਵਰ ਹੋਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਸਾਵਧਾਨ ਹੋਏ, ਕਿਹਾ ਕਿ ਅੱਧੇ ਸਿੱਖ ਘੋੜਿਆਂ ਤੇ ਚੜ੍ਹੇ ਰਹੋ, ਅੱਧੇ ਇਸ਼ਨਾਨ ਕਰ ਲਓ। ਜਦੋਂ ਪਹਿਲੇ ਸਾਵਧਾਨ ਹੋ ਜਾਣ ਫਿਰ ਘੋੜਿਆਂ ਤੇ ਚੜ੍ਹੇ ਉਤਰ ਕੇ ਇਸ਼ਨਾਨ ਕਰ ਲਓ। ਇੰਨਾ ਹੁਕਮ ਕਰਕੇ ਆਪ ਹਜੂਰ ਨੇ ਇਸ਼ਨਾਨ ਕੀਤਾ, ਜਿਵੇਂ ਕੋਈ ਗੱਲ ਹੋਈ ਨਹੀਂ ਹੁੰਦੀ। ਤੇ ਮਹਾਰਾਜ ਚੌਂਕੜਾ ਮਾਰ ਕੇ ਧਿਆਨ ਸਥਿਤ ਹੋ ਗਏ। ਤੇ ਜਿਸ ਮਨੁੱਖ ਨੂੰ ਇਹ ਪਤਾ ਹੋਵੇ ਕਿ ਦੁਸ਼ਮਣ ਇੰਨੀ ਗਿਣਤੀ ਵਿੱਚ ਚੜ੍ਹ ਕੇ ਆ ਗਿਆ, ਤੇ ਉਹਦੇ ਕੋਲੋਂ ਸਾਧ ਸੰਗਤ ਜੀ ਕਿਵੇਂ ਨਿਤਨੇਮ ਹੋਊਗਾ, ਕਿਵੇਂ ਧਿਆਨ ਇਕਾਗਰ ਹੋਊਗਾ, ਇਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪ ਪੂਰਨੇ ਪਾ ਕਰਕੇ ਦਿਖਾਏ ਕਿ ਭਾਈ
ਜਿਹੜੇ ਨਿਰੰਕਾਰ ਵਿੱਚ ਜੁੜਦੇ ਆ ਨਾ, ਉਹ ਫੈਸਲਾ ਫਲ ਨਿਰੰਕਾਰ ਦੇ ਉੱਤੇ ਰੱਖਦੇ ਆ, ਆਪ ਸਿਰਫ ਕਰਮ ਕਰਦੇ ਆ। ਜਦੋਂ ਤੁਸੀਂ ਬੇਖੌਫ ਹੋ ਕਰਕੇ ਕਰਮ ਕਰੋਗੇ, ਫਲ ਨਿਰੰਕਾਰ ਤੇ ਛੱਡ ਦਿਓਗੇ, ਤੇ ਵਾਹਿਗੁਰੂ ਦਾ ਵਿਧੀ ਵਿਧਾਨ ਹੈ, ਇਹ ਪਰਮੇਸ਼ਰ ਦਾ ਬਣਾਇਆ ਹੋਇਆ ਕਾਨੂੰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਧਰਮ ਦੀ ਜੈ ਜੈਕਾਰ ਕਰਦੇ ਆ। ਅਧਰਮੀ ਕੋਲ ਕਿੰਨੀ ਵੀ ਸ਼ਕਤੀ ਹੋਵੇ, ਉਹ ਕਦੇ ਜਿੱਤ ਨਹੀਂ ਸਕਦਾ। ਨਿਰੰਗੇ ਕੋਲ ਕਿਹੜੀ ਕੋਈ ਸ਼ਕਤੀ ਦੀ ਕਮੀ ਸੀ, ਪਰ ਉਹ ਜਿੱਤ ਨਹੀਂ ਸਕਿਆ। ਸਾਰੀ ਉਮਰ ਪਛਤਾਉਂਦਾ ਰਿਹਾ ਤੇ ਅਖੀਰ ਪਛਤਾਵੇ ਦੇ ਵਿੱਚ ਹੀ ਉਸਦੇ ਪ੍ਰਾਣ ਨਿਕਲੇ। ਤੇ ਜਿੱਥੇ ਔਰੰਗਾਬਾਦ ਵਿੱਚ ਉਹਦੀ ਬਣੀ ਹੋਈ ਕਬਰ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਆਪਣੇ ਆਪ ਨੂੰ ਸ਼ਾਇਦ ਉੱਚਾ ਸਮਝਦਾ ਸੀ ਉਸ ਵਕਤ ਵਿੱਚ, ਦਿੱਲੀ ਦੇ ਤਖਤ ਤੇ ਬੈਠਣ ਵਾਲਾ, ਕਿਉਂਕਿ ਬਾਦਸ਼ਾਹਾਂ ਦੇ ਅੰਦਰ ਇਹੀ ਗਰੂਰ ਹੁੰਦਾ ਹੈ। ਆ ਬਾਹਰਲੀ ਜਿਹੜੀ ਰਾਜਸੀ ਸ਼ਕਤੀ ਹੁੰਦੀ ਹੈ ਨਾ, ਇਹਦੇ ਕਰਕੇ ਉਹ ਇੰਨੇ ਹੰਕਾਰੀ ਹੋ ਜਾਂਦੇ ਆ ਕਿ ਧਰਮ ਦੀ ਸ਼ਕਤੀ ਤੋਂ ਮੁਨਕਰ ਹੋ ਜਾਂਦੇ ਆ, ਰੱਬੀ ਸ਼ਕਤੀ ਤੋਂ ਮੁਨਕਰ ਹੋ ਜਾਂਦੇ ਆ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਾਰੇ ਜੀਵਨ ਵਿੱਚ ਦਰਸਾਇਆ ਕਿ ਰੱਬੀ ਸ਼ਕਤੀ ਸਭ ਤੋਂ ਵੱਡੀ ਹੈ। ਨਰੰਗੇ ਨੂੰ ਪ੍ਰਤੱਖ ਕਿਹਾ ਸੀ, ਨਰੰਗਿਆ ਤੇਰੀ 10 ਲੱਖ ਫੌਜ ਮੇਰਾ ਕੁਝ ਨਹੀਂ ਵਿਗਾੜ ਸਕੀ, ਕਿਉਂਕਿ ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਹਮਾਇੂ ਪੰਛੀ ਦਾ ਸਾਇਆ ਹੈ। ਇੱਕ ਵੀ ਕੋਈ ਤੇਰਾ ਸਿਪਾਹੀ ਜਾਂ ਤੇਰੀ ਫੌਜ ਸਾਡਾ ਬਾਲ ਤੱਕ ਨਹੀਂ ਵਿੰਗਾ ਕਰ ਸਕੀ। ਸਤਿਗੁਰਾਂ ਨੇ ਸਾਨੂੰ ਰੱਬੀ ਸ਼ਕਤੀ ਨਾਲ ਜੋੜਿਆ, ਵਾਹਿਗੁਰੂ ਨਾਲ ਜੋੜਿਆ, ਤੇ ਵਾਹਿਗੁਰੂ ਨਾਲ ਜੁੜਨ ਲਈ ਅੰਮ੍ਰਿਤ ਵੇਲੇ ਮਹਾਰਾਜ ਨੇ ਸ਼ਬਦ ਦੁਆਰਾ ਪਰਮੇਸ਼ਰ ਦੇ ਚਿੰਤਨ ਦੇ ਕਰਨ ਵਾਸਤੇ ਪ੍ਰੇਰਿਤ ਕੀਤਾ ਕਿ ਜੇ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਮੰਤਰ ਦਾ ਜਾਪ ਕਰੋਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਭਾਵੇਂ ਕਿ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ, ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਨਾਤ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਸੀਗੇ, ਤੇ ਉਸ ਸਮੇਂ ਮਹਾਰਾਜ ਨੂੰ ਅੰਦਰ ਪ੍ਰਵੇਸ਼ ਕਰਦਿਆਂ ਵੇਖ ਕੇ ਸਿੰਘ ਬੈਰਾਗ ਕਰਨ ਲੱਗ ਪਏ ਸੀ। ਸਾਧ ਸੰਗਤ ਜੀ, ਭਾਵੇਂ ਗਿਆਨ ਅਰੂੜ ਵੀ ਹੋਈਏ, ਪਰ ਜਿਸ ਸਮੇਂ ਕਿਸੇ ਪਿਆਰੇ ਦਾ ਵਿਛੋੜਾ ਹੁੰਦਾ ਨਾ, ਉਦੋਂ ਗਿਆਨ ਤੋਂ ਵੀ ਵਿਚਲਿਤ ਹੋ ਜਾਈਦਾ ਹੈ। ਤੇ ਗਿਆਨ 'ਚ ਟਿਕੇ ਰਹਿਣਾ ਵੀ ਸਤਿਗੁਰਾਂ ਦੇ ਹੱਥ ਵੈ। ਇਹਦੇ ਵੀ ਕਈ ਪ੍ਰਮਾਣ ਨੇ। ਬਾਬਾ ਗੁਰਬਖਸ਼ ਸਿੰਘ ਸਾਹਿਬ, ਜਿਨ੍ਹਾਂ ਦਾ ਨਾਮ ਭਾਈ ਰਾਮ ਕੋਇਰ ਕਰਕੇ ਆਉਂਦਾ ਹੈ, ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ, ਬ੍ਰਹਮ ਗਿਆਨੀ ਦੀ ਅਸ਼ਟਪਦੀ ਦਾ ਪਾਠ ਕਰਦਿਆਂ ਮਾਤਾ ਗੁਜਰ ਕੌਰ ਜੀ ਨੇ ਕਿਹਾ, ਲਾਲ ਜੀ, ਇਹ ਜੋ ਵੱਡਿਆਂ ਸਤਿਗੁਰਾਂ ਨੇ ਬ੍ਰਹਮ ਗਿਆਨੀ ਦੀ ਅਵਸਥਾ ਕਹੀ ਹੈ, ਤੁਹਾਡੇ ਘਰ ਵਿੱਚ ਕੋਈ ਐਸਾ ਪੁਰਖ ਹੈਗਾ? ਮਹਾਰਾਜ ਹੱਸ ਪਏ। ਸਤਿਗੁਰੂ ਜੀ ਕਹਿੰਦੇ, ਮਾਤਾ ਜੀ, ਇਹ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਤੇ ਬ੍ਰਹਮ ਗਿਆਨੀਆਂ ਦਾ ਪੰਥ ਹੈ। ਜਿਹੜਾ ਸਾਧ ਸੰਗਤ ਜੀ ਤਾਰਾਗੜ੍ਹ ਸਾਹਿਬ ਕਿਲ੍ਹਾ ਹੈ ਨਾ, ਪਹਾੜੀ ਦੀ ਬਾਹੀ ਤੇ ਬਣਿਆ ਹੋਇਆ, ਉੱਥੇ ਮਹਾਰਾਜ ਦੇ 500 ਬ੍ਰਹਮ ਗਿਆਨੀ ਸਿੰਘ ਰਹਿੰਦੇ ਸੀ, ਤੇ ਹਜੂਰ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਪ ਜਾਂਦੇ ਹੁੰਦੇ ਸੀ, ਹਾਥੀ ਦੀ ਸਵਾਰੀ ਕਰਦੇ ਹੋਏ। ਤੇ ਭਾਈ ਰਾਮ ਕੋਇਰ ਜੀ ਨੂੰ ਮਹਾਰਾਜ ਨੇ ਪ੍ਰੇਰਿਆ ਅੰਤਰਾਤਮੇ। ਉਹ ਚੱਲ ਪਏ। ਦੁਪਹਿਰ ਤੱਕ ਰਸਤੇ ਦੇ ਅੱਧ 'ਚ ਪਹੁੰਚੇ ਸੀ, ਤੇ ਖਿਆਲ ਕੀਤਾ ਕਿ ਤੁਰ ਕੇ ਜਾਵਾਂਗੇ, ਘੋੜੀ ਤੇ ਚੜ੍ਹ ਕੇ ਜਾਵਾਂਗੇ ਤਾਂ ਫਿਰ ਸਮੇਂ ਸਿਰ ਨਹੀਂ ਪਹੁੰਚ ਸਕਾਂਗੇ। ਆਪਣੀ ਦਿਵ ਸ਼ਕਤੀ ਨਾਲ ਸ਼੍ਰੀ ਆਨੰਦਪੁਰ ਸਾਹਿਬ ਪ੍ਰਗਟ ਹੋਏ, ਮਾਤਾ ਜੀ ਨੂੰ ਦਰਸ਼ਨ ਦਿੱਤਾ। ਮਾਤਾ ਸਾਹਿਬ ਜੀ ਨੇ ਪ੍ਰਸ਼ਾਦਾ ਆਪਣੇ ਹੱਥੀਂ ਛਕਾਇਆ, ਤੇ ਭਾਈ ਰਾਮ ਕੋਇਰ ਜੀ ਦੇ ਮਨ ਵਿੱਚ ਖਿਆਲ ਆ ਗਿਆ ਕਿ ਵੇਖੋ, ਮੈਂ ਸਭ ਤੋਂ ਵਿਸ਼ੇਸ਼ ਹਾਂ, ਬ੍ਰਹਮ ਗਿਆਨੀ ਜਿਹੜਾ ਸਤਿਗੁਰਾਂ ਨੇ ਮੈਨੂੰ ਹੀ ਚੇਤੇ ਕੀਤਾ। ਜਿਹੜੀ ਇਹ ਗੱਲ ਮਨ ਵਿੱਚ ਆਉਣੀ, ਫਿਰ ਗਿਆਨ ਤੋਂ ਵਿਚਲਿਤ ਹੋ ਜਾਈਦਾ। ਪਰ ਸਤਿਗੁਰੂ ਜੀ ਦੀ ਮੌਜ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਹਜੂਰ ਪਿਆ ਹੋਇਆ ਧਨਖ, ਤੇ ਭਾਈ ਰਾਮ ਕੋਇਰ ਜੀ ਨੇ ਸ਼ੰਕਾ ਕਰ ਲਿਆ ਕਿ ਹਜੂਰ ਨੂੰ ਆਪਣੇ ਕੱਦ ਦੇ ਹਿਸਾਬ ਨਾਲ, ਕਿਉਂਕਿ ਮਹਾਰਾਜ ਦੀ ਉਦੋਂ ਆਜੂ ਛੋਟੀ ਹੈ, ਸਾਡੇ ਇਤਿਹਾਸ ਨੇ ਕਿਹਾ ਮਹਾਰਾਜ ਦੀ ਆਜੂ 9 ਸਾਲ ਦੀ ਸੀ, ਤੇ ਭਾਈ ਰਾਮ ਕੋਇਰ ਜੀ ਦੀ ਉਮਰ 5 ਸਾਲ ਦੀ ਸੀ, ਜਿਨ੍ਹਾਂ ਨੇ ਗੁਰਤਾ ਦਾ ਤਿਲਕ ਮਹਾਰਾਜ ਜੀ ਨੂੰ ਦਿੱਤਾ ਸੀ। ਤੇ ਮਨ ਵਿੱਚ ਖਿਆਲ ਆ ਗਿਆ ਕਿ ਗੁਰੂ ਸਾਹਿਬ ਨੂੰ ਆਪਣੇ ਹਿਸਾਬ ਦਾ ਧਨਖ ਰੱਖਣਾ ਚਾਹੀਦਾ, ਤੇ ਬੜਾ ਵੱਡਾ ਹੈ, ਇਹ ਮਹਾਰਾਜ ਕਿਵੇਂ ਚਲਾ ਲੈਣਗੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ
ਇਹਨਾਂ ਦੇ ਮਨ ਦੀ ਜਾਣ ਕੇ ਹਜੂਰ ਨੇ ਕਿਹਾ ਚਲੋ ਭਾਈ ਰਾਮ ਕੌਰ ਜੀ ਸ਼ਿਕਾਰ ਤੇ ਚੱਲਦੇ ਹਾਂ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੁਕਮ ਦਿੱਤਾ, ਹਾਥੀ ਤਿਆਰ ਹੁੰਦੇ ਆ, ਜਿੰਨਾ ਚਿਰ ਨੂੰ ਘੋੜੇ ਤਿਆਰ ਹੁੰਦੇ ਆ। ਹਜੂਰ ਬਾਂਹ ਪਕੜ ਕੇ ਦਰਬਾਰ ਅਸਥਾਨ ਤੋਂ ਬਾਹਰ ਲੈ ਆਏ। ਮਹਾਰਾਜ ਕਹਿੰਦੇ ਜਿੰਨਾ ਚਿਰ ਹਾਥੀ ਆਉਂਦੇ ਆ, ਜਿੰਨਾ ਚਿਰ ਘੋੜੇ ਆਉਂਦੇ ਆ, ਉਹਨਾਂ ਚਿਰ ਆਪਾਂ ਤੀਰ ਚਲਾ ਲਈਏ। ਸਤਿਗੁਰਾਂ ਜੀ ਨੇ ਵੇਖਦਿਆਂ ਹੀ ਉਸ ਦੀ ਜਦੋਂ ਪਰਤੰਚਾ ਚੜਾਈ ਤੇ ਭਾਈ ਰਾਮ ਕੌਰ ਜੀ ਦੇ ਨੇਤਰ ਨੀਵੇਂ ਹੋ ਗਏ ਕਿ ਮੇਰੇ ਮਨ ਦਾ ਫੁਰਨਾ ਬੁਝਿਆ। ਮੈਨੂੰ ਜਵਾਬ ਦਿੱਤਾ ਹੈ। ਹਜੂਰ ਨੇ 5 ਤੀਰ ਚਲਾਏ, ਰੁੱਖ ਨੂੰ ਵਿੰਨ ਕੇ ਪਾੜ ਕੇ ਪਾਰ ਹੋ ਗਏ। ਤੇ ਜਦੋਂ ਮਹਾਰਾਜ ਕਾਠੀ ਦਾ ਵਾਹਿਗੁਰੂ ਹਾਥੀ ਦੀ ਅੰਬਾਰੀ ਦਾ ਆਸਣ ਗ੍ਰਹਿਣ ਕਰਨ ਲੱਗੇ, ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਮਹਾਰਾਜ ਉਸ ਸਮੇਂ ਅੰਬਾਰੀ 'ਚ ਚੜ੍ਹਨ ਲੱਗਿਆ ਨਾ, ਭਾਈ ਰਾਮ ਕੌਰ ਜੀ ਦੇ ਮੋਢੇ ਦਾ ਆਸਰਾ ਲਿਆ, ਨਾਲੇ ਅੰਬਾਰੀ ਦਾ ਆਸਣ ਗ੍ਰਹਿਣ ਕਰਨ ਲੱਗੇ ਆ, ਨਾਲੇ ਮੋਢੇ ਤੇ ਹੱਥ ਧਰ ਲਿਆ ਮਹਾਰਾਜ ਨੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅੰਬਾਰੀ ਤੇ ਚੜ੍ਹਨ ਲੱਗੇ ਆ, ਭਾਰ ਜਿਹੜਾ ਸੀ ਨਾ ਭਾਈ ਰਾਮ ਕੌਰ ਦੇ ਮੋਢਿਆਂ ਤੇ ਪਾਇਆ। ਕਵੀ ਰਾਜ ਨੇ ਉੱਥੇ ਲਿਖਿਆ ਕਿ ਮਹਾਰਾਜ ਨੇ ਤ੍ਰਿਲੋਕੀ ਦਾ ਭਾਰ ਹੀ ਮੋਢਿਆਂ ਤੇ ਪਾਤਾ। ਪੈਰ ਥਿੜਕਣ ਲੱਗੇ ਤੇ ਨਾਲ ਹੀ ਪ੍ਰਮਾਣ ਦੇ ਕੇ ਦੱਸਿਆ ਬਾਬਾ ਬੁੱਢਾ ਸਾਹਿਬ ਦੇ ਵੰਸ਼ਜ ਸੀ ਤਾਂ ਭਾਰ ਝੱਲ ਗਏ, ਜੇ ਕੋਈ ਹੋਰ ਹੁੰਦਾ ਤੇ ਸ਼ਾਇਦ ਮਿੱਟੀ 'ਚ ਮਿਲ ਜਾਂਦਾ। ਸਤਿਗੁਰੂ ਜੀ ਅੰਬਾਰੀ ਵਿੱਚ ਜਾ ਬੈਠੇ ਐ। ਅੰਬਾਰੀ ਦੇ ਪਿੱਛੇ ਸਾਧ ਸੰਗਤ ਜੀ, ਜਦੋਂ ਪੁਰਾਤਨ ਅੰਬਾਰੀਆਂ, ਹੁਣ ਤਾਂ ਹੈ ਨਹੀਂ ਇਹ ਚੀਜ਼ਾਂ, ਚੌਰ ਬਰਦਾਰ ਵਾਸਤੇ ਬੈਠਣ ਨੂੰ, ਸੇਵਾਦਾਰ ਦੇ ਬੈਠਣ ਨੂੰ ਜਗ੍ਹਾ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਰਾਮ ਕੌਰ ਜੀ ਆਓ ਸਾਡੇ ਨਾਲ ਬੈਠੋ। ਕਿਹਾ ਮਹਾਰਾਜ ਮੈਂ ਆਪਦੇ ਬਰਾਬਰ ਨਹੀਂ ਬੈਠ ਸਕਦਾ। ਸਤਿਗੁਰੂ ਜੀ ਕਹਿੰਦੇ ਸਾਡਾ ਹੁਕਮ ਹੈ, ਆਓ ਸਾਡੇ ਨਾਲ ਬੈਠੋ। ਭਾਈ ਰਾਮ ਕੌਰ ਜੀ ਚੌਰ ਬਰਦਾਰ ਵਾਲੀ ਜਗ੍ਹਾ ਤੇ ਖੜੇ ਹੋ ਗਏ। ਮਹਾਰਾਜ ਦੇ ਸ਼ੀਸ਼ ਤੇ ਚੌਰ ਕਰਨ ਲੱਗੇ। ਹਾਥੀ ਤੁਰ ਪਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਰਾਮ ਕੌਰ ਜੀ ਤੁਸੀਂ ਬਾਬਾ ਬੁੱਢਾ ਸਾਹਿਬ ਦੇ ਵੰਸ਼ਜ ਹੋ, ਜੇ ਤੁਸੀਂ ਸਾਡੇ ਸਰੂਪ ਤੇ ਸ਼ੰਕਾ ਕਰੋਗੇ ਤੇ ਆਮ ਸਿੱਖ ਦੀ ਕੀ ਹਾਲਤ ਹੋਵੇਗੀ। ਤੇ ਭਾਈ ਰਾਮ ਕੌਰ ਜੀ ਨੇ ਕਿਹਾ ਮਹਾਰਾਜ ਮਾਇਆ ਤੁਹਾਡੀ ਦਾਸੀ ਹੈ, ਜਦੋਂ ਮਾਇਆ ਫੇਰਦੇ ਹੋ ਫਿਰ ਮਹਾਰਾਜ ਬ੍ਰਹਮ ਗਿਆਨੀ ਵੀ ਵਿਚਲਿਤ ਹੋ ਜਾਂਦੇ। ਜੇ ਤੁਸੀਂ ਚਾਹੋ ਤਾਂ ਮਹਾਰਾਜ ਕਿਸੇ ਨੂੰ ਵੀ ਭਰਮਾ ਸਕਦੇ ਹੋ, ਜੇ ਤੁਸੀਂ ਆਪ ਪ੍ਰਸੰਨ ਰਹੋ ਤੇ ਮਹਾਰਾਜ ਉਹਦਾ ਹੀ ਬ੍ਰਹਮ ਗਿਆਨ ਕਾਇਮ ਰਹਿ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਰਹਿਣ ਵਾਲੇ ਸਾਧ ਸੰਗਤ ਜੀ ਹਰੇਕ ਦੀ ਉੱਚੀ ਅਵਸਥਾ ਹੈ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਸ ਸਰੂਪ ਦਾ ਵਿਛੋੜਾ, ਕਿਉਂਕਿ ਮਹਾਰਾਜ ਦਾ ਉਹ ਸਰਗੁਣ ਸਰੂਪ ਵੀ ਵਿਸ਼ੇਸ਼ ਵਾ। ਜਿਹੜਾ 10ਵਾਂ ਜਾਮਾ ਧਾਰਿਆ ਨਾ, ਜਿਸ ਜਾਮੇ ਦੀ ਬਾਬਤ ਕਿਹਾ ਹੈ ਵਿਦਵਾਨਾਂ ਨੇ, ਸਤਿਪੁਰਖਾਂ ਨੇ ਕਿ ਇਹੋ ਜਿਹਾ ਸਤਿਗੁਰੂ, ਮਹਾਬਲੀ ਸਤਿਗੁਰੂ ਨਾ ਇਸ ਧਰਤੀ ਨੇ ਕਦੀ ਖਡਾਉਣਾ ਤੇ ਨਾ ਕਿਸੇ ਇਸ ਨੀਲੇ ਆਸਮਾਨ ਨੇ ਉਸ ਸਰਗੁਣ ਸਰੂਪ ਨੂੰ ਮੁੜ ਤੱਕਣਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਦੋਂ ਕਨਾਤ ਦੇ ਅੰਦਰ ਪ੍ਰਵੇਸ਼ ਕਰਨ ਲੱਗੇ ਸੀ, ਬਰਾਕ ਕਰਦਿਆਂ ਹੋਇਆ ਸਿੰਘਾਂ ਵੱਲ ਵੇਖ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਪਿੱਛੇ ਨੂੰ ਮੁਖ ਕੀਤਾ, ਜਿਵੇਂ ਪੁੱਤਰ ਨਾਲ ਪਿਆਰ ਆ ਜਾਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੇਖ ਕਰਕੇ ਸਿੰਘਾਂ ਵੱਲ ਕਿਹਾ ਖਾਲਸਾ ਜੀ ਜਿਸ ਮੇਰੇ ਸਰੂਪ ਦਾ ਤੁਸੀਂ ਮੋਹ ਕਰ ਰਹੇ ਹੋ, ਇਹ ਸਰੀਰ ਕਦਾ ਵੀ ਨਹੀਂ ਰਹਿ ਸਕਦੇ, ਕਿਉਂਕਿ ਮਹਾਰਾਜ ਨੇ ਆਪਣੀ ਬਾਣੀ ਦੇ ਅੰਦਰ ਇਹ ਬਚਨ ਕਹੇ ਹੈ ਕਿ ਸਮੇਂ ਦੇ ਅਧੀਨ ਹੀ ਬ੍ਰਹਮਾ ਹੈ, ਸਮੇਂ ਦੇ ਅਧੀਨ ਹੀ ਸ਼ਿਵ ਜੀ ਹੈ, ਵਿਸ਼ਨੂੰ ਹੈ। ਇਹ ਸਾਰੀਆਂ ਪੁਰੀਆਂ ਵੀ ਕਦੇ ਸਥਿਰ ਨਹੀਂ ਰਹਿ ਸਕਦੀਆਂ। ਮਹਾਰਾਜ ਕਹਿੰਦੇ ਸਥਿਰ ਰਹਿਣ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਸਾਡਾ ਜਿਹੜਾ ਵਾਸਤਵ ਸਰੂਪ ਹੈ ਨਾ ਖਾਲਸਾ ਜੀ, ਉਸ ਪ੍ਰਕਾਸ਼ ਸਰੂਪ ਨੂੰ ਸਦਾ ਚਿਤਵਦੇ ਰਹਿਣਾ, ਤੇ ਉਸ ਪ੍ਰਕਾਸ਼ ਸਰੂਪ ਤੱਕ ਪਹੁੰਚਣ ਲਈ ਅਸਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਹੈ। ਸਤਿਗੁਰੂ ਜੀ ਦੀ ਬਾਣੀ ਪਿਆਰ ਸ਼ਰਧਾ ਨਾਲ ਪੜ੍ਹਦੇ ਰਹੋਗੇ, ਸਾਡੇ ਸਰੂਪ ਦਾ ਸਦਾ ਤੁਹਾਨੂੰ ਅਨੁਭਵ ਪ੍ਰਾਪਤ ਰਹੇਗਾ। ਤੇ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਮਹਾਂਪੁਰਸ਼ ਪਵਿੱਤਰ ਆਤਮਾਵਾਂ ਗਰੀਬ ਨਵਾਜ਼ ਜੀ ਦੀ ਆਗਿਆ ਦਾ ਪਾਲਣ ਕਰਦੇ ਆ, ਉਹਨਾਂ ਨੂੰ ਸਤਿਗੁਰੂ ਜੀ ਆਪਣਾ ਸਪਰਸ਼ ਦਿੰਦੇ ਆ। ਮਹਾਰਾਜ ਉਹਨਾਂ ਤੋਂ ਦੂਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹੀ ਬਚਨ ਕਹਿ ਕਰਕੇ ਹਜੂਰ ਪ੍ਰਵੇਸ਼ ਹੋਏ ਸੀ ਕਿ ਖਾਲਸਾ ਜੀ ਇੱਕ ਤਾਂ ਗੁਰਮੰਤਰ ਤੇ ਬਾਣੀ ਨੂੰ ਕਦੇ ਨਾ ਵਿਸਾਰਨਾ,
ਤੇ ਸ਼ਸਤਰ ਵਿਦਿਆ ਦਾ ਅਭਿਆਸ ਨਾ ਛੱਡਣਾ। ਸਦਾ ਵਾਸਤੇ ਸੰਸਾਰ ਦੇ ਅੰਦਰ ਅਮਰ ਤੇ ਅਟਲ ਰਹੋਗੇ। ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸ਼੍ਰੀ ਕੰਠ ਤੋਂ ਅੰਤਮ ਬਚਨ ਆਪਣੇ ਖਾਲਸੇ ਨੂੰ ਕਹੇ ਸੀ ਤੇ ਆਗਿਆ ਕੀਤੀ ਸੀਗੀ ਕਿ ਜੋ ਮੁਝ ਬਚਨ ਸੁਣਨ ਕੇ ਚਾਹੇ, ਸੁਨੋ ਗ੍ਰੰਥ ਹਿਤ ਚਿਤ ਲਾਏ। ਮੇਰੋ ਰੂਪ ਗ੍ਰੰਥ ਜੀ ਜਾਨ, ਇਸ ਮੈਂ ਭੇਦ ਨਾ ਰੰਚਕ ਮਾਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸੀ ਸਾਨੂੰ ਆਗਿਆ ਕੀਤੀ। ਹਜੂਰ ਦੇ ਦਰਸ਼ਨ ਕਰਨ ਵਾਸਤੇ ਦੇਵੀ ਦੇਵਤਿਆਂ ਨੇ ਆਕਾਸ਼ ਵਿੱਚ ਫੁੱਲਾਂ ਦੀ ਵਰਖਾ ਕੀਤੀ। ਬ੍ਰਹਮਾ ਨੇ ਨਗਾਰੇ ਵਜਾ ਦਿੱਤੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਜਾਣਾ ਵੀ ਬੜਾ ਅਲੌਕਿਕ ਹੋਇਆ। ਹਜੂਰ ਦਾ ਅੱਜ ਜੋਤੀ ਜੋਤ ਗੁਰਪੁਰਬ ਹੋਣ ਕਰਕੇ ਆਪ ਸਰਬੱਤ ਸੰਗਤਾਂ ਬੜੇ ਉਤਸ਼ਾਹ ਨਾਲ, ਕਿਉਂਕਿ ਅੱਜ ਦੀਵਾਨ ਵੀ ਅਖੀਰਲਾ ਹੈ, ਸਮਾਪਤੀ ਦਾ ਦੀਵਾਨ ਹੈ। ਬਹੁਤ ਵਿਦਵਾਨ ਸੱਜਣ ਮਹਾਂਪੁਰਖਾਂ ਨੇ ਆਪ ਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਉਸਤਤ ਵਡਿਆਈ ਸਰਵਣ ਕਰਵਾਈ ਹੈ। 3-4 ਦਿਨ ਤੋਂ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ, ਕਿਉਂਕਿ ਜਦੋਂ ਆਪਣੇ ਸਰੀਰ ਦੇ ਤਲ ਤੇ ਜੀਵੀਏ ਨਾ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੋਂ ਫਿਰ ਬੇਮੁਖ ਹੋ ਜਾਈਦਾ। ਫਿਰ ਆਪਣੇ ਪਦਾਂ ਵਾਸਤੇ, ਆਪਣੀ ਵਡਿਆਈ ਵਾਸਤੇ, ਸੰਸਾਰ ਦੇ ਅੰਦਰ ਆਪਣੀ ਦਿਖਾਵਟ ਵਾਸਤੇ ਉਹਦੇ 'ਚ ਰੁੱਝਿਆ ਹੋਇਆ ਬੰਦਾ ਸ਼ਬਦ ਨਾਲੋਂ ਟੁੱਟ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜਿਆ ਤੇ ਸ਼ਬਦ ਅਦ੍ਰਿਸ਼ ਦੁਨੀਆ ਵਿੱਚ ਸਾਨੂੰ ਲੈ ਜਾਂਦਾ, ਜਿਹੜੀ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ। ਸਤਿਗੁਰੂ ਜੀ ਜਿਹਦੇ ਉੱਤੇ ਮਿਹਰਬਾਨ ਹੁੰਦੇ ਆ, ਕਿਉਂਕਿ ਮਨੁੱਖਾ ਸਰੀਰ ਦੇ ਅੰਦਰ ਸਾਧ ਸੰਗਤ ਜੀ ਹਰੇਕ ਨੇ ਆਪਣੇ ਕਰਮ ਲਿਖਾਏ ਆ ਤੇ ਕਰਮਾਂ ਦੇ ਵਧੇ ਜੀਵ ਸੰਸਾਰ 'ਚ ਆਏ ਆ ਤੇ ਜੀਵ ਦੇ ਉੱਤੇ ਨਿੱਕੇ ਨਿੱਕੇ ਪਾਪ, ਨਿੱਕੇ ਨਿੱਕੇ ਔਗਣ ਬੋਝ ਪਾਉਂਦੇ ਰਹਿੰਦੇ ਆ, ਜਿਹਦੇ ਕਰਕੇ ਕਿ ਮਨ ਜਿਹੜਾ ਉਹ ਢੱਠਿਆ ਰਹਿੰਦਾ। ਜਿਹੜੇ ਰੋਜ਼ ਸ਼ਬਦ ਦੀ ਕਮਾਈ ਕਰਦੇ ਲੜਦੇ ਆਪਣੇ ਆਪ ਨਾਲ, ਕਿਉਂਕਿ ਆਪਣੇ ਆਪ ਨਾਲ ਯੁੱਧ ਕਰਨਾ ਸੌਖਾ ਨਹੀਂ ਹੈ। ਆਪਣੇ ਆਪ ਨਾਲ ਲੜਨਾ ਬੜਾ ਔਖਾ ਹੈ। ਉਹਨੂੰ ਹੀ ਸਾਧੂ ਕਿਹਾ ਜਾਂਦਾ ਜਿਹੜਾ ਆਪਣੇ ਆਪ ਨਾਲ ਲੜਦਾ ਹੋਇਆ ਮਨ ਨੂੰ ਸਾਧ ਲੈਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਜਿਹਦਾ ਦੁੰਦਵਾਦ ਮਿਟ ਜਾਂਦਾ ਹੈ, ਜਿਹਨੂੰ ਏਕਤਾ ਪ੍ਰਾਪਤ ਹੋ ਜਾਂਦੀ ਹੈ, ਉਹ ਫਿਰ ਸਾਧ ਸੰਗਤ ਜੀ ਨਿਹਾਲ ਹੋ ਜਾਂਦੇ ਹੈ, ਸਤਿਗੁਰੂ ਜੀ ਦੇ ਸਰੂਪ 'ਚ ਹੀ ਪਹੁੰਚ ਜਾਂਦੇ ਹੈ, ਜਿੱਥੇ ਇਹੋ ਜਿਹੀ ਕੋਈ ਥੂਲ ਵਸਤੂ ਨਹੀਂ, ਪ੍ਰਕਾਸ਼ ਸਰੂਪ ਵਿੱਚ ਇਉਂ ਸਮਾ ਜਾਂਦੇ ਆ ਜਿਵੇਂ ਮਹਾਰਾਜ ਜੀ ਨੇ ਕਿਹਾ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਿੱਖੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।